ਕੋਈ ਵੀ ਦੋਨਾਂ ਪਾਰਟੀਆਂ ਦੇ ਵਿੱਚੋਂ ਸਾਫ਼ ਸੁਥਰਾ ਨਹੀਂ। ਜਿੱਥੋਂ ਤੱਕ ਚਰਨਜੀਤ ਚੰਨੀ ਦੀ ਗੱਲ ਹੈ, ਉਹਦੀ ਪਹਿਲਾਂ ਤਾਂ ਇਲੈਕਸ਼ਨ ਐਜ਼ ਚੀਫ ਮਿਨਿਸਟਰ, ਤੇ ਜੋ ਉਸ ਤੋਂ ਪਹਿਲਾਂ ਮਿਸ ਗਵਰਨੈਂਸ ਔਰ ਬੈਡ ਗਵਰਨੈਂਸ ਜਿਹੜੀ ਕਾਂਗਰਸ ਨੇ ਦਿੱਤੀ, ਤੇ ਫਿਰ ਜਿਹੜਾ 111 ਦਿਨ ਦਾ ਟਾਈਮ ਇਹਨਾਂ ਨੂੰ ਮਿਲਿਆ, ਉਹ ਵੀ ਪੰਜਾਬ ਨੂੰ ਬਹੁਤ ਮਹਿੰਗਾ ਪਿਆ। ਪਤਾ ਕੀ ਹੈ, ਜਿਹੜੇ ਪੋਲੀਟੀਸ਼ੀਅਨ ਨੇ ਇਹ ਜਦੋਂ ਪਾਵਰ ਆਉਂਦੀ ਹੈ ਨਾ, ਜਿਵੇਂ ਆਪਾਂ ਕਹਿੰਦੇ ਐਬਸੋਲੂਟ ਪਾਵਰ ਕਰਪਟਸ ਐਬਸੋਲੂਟਲੀ, ਉਹ ਗੱਲ ਹੋ ਜਾਂਦੀ ਹੈ। ਫਿਰ ਇਹਨਾਂ ਨੂੰ ਲੱਗਦਾ ਵੀ ਸਾਡੇ ਤੇ ਕੋਈ ਕਾਨੂੰਨ ਨਹੀਂ ਲਾਗੂ ਹੋ ਸਕਦਾ, ਅਸੀਂ ਕਿਸੇ ਨੂੰ ਜਵਾਬ ਦੇ ਨਹੀਂ ਹੈਗੇ। ਹੁਣ ਤੁਸੀਂ ਇਹ ਦੇਖੋ ਵੀ ਚਾਹੇ ਜੇ ਹਨੀ ਕੋਲੇ ਕਿੱਦਾਂ ਪੈਸੇ ਆ ਗਏ 10 ਕਰੋੜ, ਉਹਦਾ ਕਿਹੜਾ ਬਿਜ਼ਨਸ ਹੈ, ਕਿਹੜਾ ਬੰਦਾ ਉਹਨੂੰ ਫੜਾ ਗਿਆ ਜੇ ਉਹਦਾ ਲਿੰਕ ਨਹੀਂ ਸੀਗਾ। ਫਿਰ ਜੇ ਉਹਦੇ ਕੋਲੇ ਸਿਕਿਉਰਿਟੀ ਕਿੱਥੋਂ ਆ ਗਈ, ਜਿਹੜੀ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦੀ ਸੀ, ਉਹ ਕਿੱਥੋਂ ਆ ਗਈ। ਤੇ ਫਿਰ ਜਿਹੜੀਆਂ ਇਹਨਾਂ ਨੇ ਇੰਨੀਆਂ ਮਤਲਬ ਜਿਹੜਾ ਐਕਸ਼ਨ ਲੈਣਾ ਸੀਗਾ, ਚਾਹੇ ਉਹ ਸਕਾਲਰਸ਼ਿਪ ਸਕੈਮ ਸੀਗਾ, ਫਿਰ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਜਿਹੜੀ ਮਾਈਨਿੰਗ ਸੀਗੀ ਉਹ ਕੁਦਰਤਦੀਪ ਦੇ ਨਾਲ ਕੀਤੀ, ਤੇ ਉਹਦਾ ਜਿਹੜਾ ਪ੍ਰੋਫਿਟ ਸਾਰਾ ਆਇਆ। ਮਤਲਬ ਐਲੀਗੇਸ਼ਨ ਵੀ ਬਹੁਤ ਨੇ, ਆਪਾਂ ਉਹਨਾਂ ਨੂੰ ਅਬਜ਼ੋਲਵ ਨਹੀਂ ਕਰ ਸਕਦੇ। ਕੋਈ ਐਲੀਗੇਸ਼ਨ ਦੇ ਵਿੱਚ ਬਿਲਕੁਲ ਹੀ ਜਾਨ ਨਹੀਂ ਹੈਗੀ ਕਿਸੇ ਦੇ ਵਿੱਚ। ਤੇ ਜਿੱਥੋਂ ਤੱਕ ਸਾਰੇ ਐਲੀਗੇਸ਼ਨ ਹੈ, ਉਹਦਾ ਕੁਝ ਬੜਾ ਕੁਝ ਦਿਖਦਾ। ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ। ਉਹਦੇ ਨਾਲ ਨਾਲ ਜਿਹੜੀ ਸਰਕਾਰ ਕਰ ਰਹੀ ਹੈ ਇਸ ਵੇਲੇ, ਉਹ ਵੀ ਸਿਲੈਕਟਿਵ ਹੈ। ਪਹਿਲਾਂ ਤੁਸੀਂ ਉਹਨੂੰ 20 ਤਰੀਕ ਦਿੰਦੇ ਆ, ਫਿਰ ਤੁਸੀਂ 13 ਜਗ੍ਹਾ 14 ਨੂੰ ਬੁਲਾ ਲੈਂਦੇ ਆ, ਫਿਰ ਤੁਸੀਂ ਉਹ ਜਿਹੜਾ ਹੈਗਾ ਉਹ ਜਿਹੜਾ ਬਾਈ ਇਲੈਕਸ਼ਨ ਦੇ ਨਾਲ ਜੋੜ ਕੇ ਦੇਖਦੇ ਹੈਗੇ ਆ, ਉਹਨੂੰ ਬਦਨਾਮ ਕਰ ਰਹੇ ਹੈਗੇ। ਫਿਰ ਉਹ ਕਹਿੰਦਾ ਕਿ ਦੱਸੋ ਮੇਰੀ ਪ੍ਰਾਪਰਟੀ ਕਿੱਥੇ ਹੈ। ਮੈਂ ਇਹ ਕਹਾਂਗਾ ਕਿ ਸਰਕਾਰ ਤੇ ਏਜੰਸੀਜ਼, ਜਿਹੜੀ ਚਾਹੇ ਵਿਜੀਲੈਂਸ ਹੈ ਜਾਂ ਕੋਈ ਵੀ ਹੈਗੀ ਹੈ, ਉਹਨਾਂ ਨੂੰ ਪਾਰਦਰਸ਼ਤਾ ਦੇ ਨਾਲ ਜਿਹੜੀ ਇਨਕੁਆਇਰੀ ਕਰਨੀ ਚਾਹੀਦੀ ਹੈ, ਔਰ ਉਹਦੇ ਵਿੱਚ ਕੋਈ ਵੀ ਜਿਹੜਾ ਪੋਲੀਟੀਕਲ ਮੋਟਿਵ ਨਹੀਂ ਹੋਣਾ ਚਾਹੀਦਾ, ਜਿਹੜਾ ਕਿ ਦਿਖ ਰਿਹਾ ਸ਼ਰੇਆਮ। ਜੇ ਇੰਨੇ ਇਹ ਸੱਚੇ ਨੇ ਤੇ ਫਿਰ ਵਿਜੇ ਸਿੰਘਲੇ ਦਾ ਕੀ ਬਣਿਆ, ਸਰਾਰੀ ਦਾ ਕੀ ਬਣਿਆ, ਬਾਕੀਆਂ ਦਾ ਕੀ ਬਣਿਆ। ਔਰ ਹੋਰ ਤੁਸੀਂ ਦੇਖ ਲਓ ਪੋਲੀਟੀਕਲ ਮੋਟਿਵ ਕੀ ਨਜ਼ਰ ਆ ਰਿਹਾ ਸਰ ਤੁਹਾਨੂੰ? ਤੁਸੀਂ ਕਹਿ ਰਹੇ ਹੋ ਕਿ ਪੋਲੀਟੀਕਲ ਮੋਟਿਵ ਨਜ਼ਰ ਆ ਰਿਹਾ ਇਹਦੇ ਵਿੱਚ। ਬਿਲਕੁਲ ਮੋਟਿਵ ਇਹ ਹੈਗਾ ਕਿ ਹੁਣ ਇਲੈਕਸ਼ਨ ਹੈ, ਬਾਈ ਇਲੈਕਸ਼ਨ 10 ਮਈ ਨੂੰ ਤੇ 13 ਨੂੰ ਆਉਣਾ ਰਿਜ਼ਲਟ। ਉਹਦੇ ਵਿੱਚ ਇਹ ਚਾਹੁੰਦੇ ਆ ਵੀ ਕਿਸੇ ਤਰੀਕੇ ਦੇ ਨਾਲ, ਪਹਿਲਾਂ ਤਾਂ ਇਹਨਾਂ ਨੂੰ ਬੰਦਾ ਹੀ ਨਹੀਂ ਮਿਲਿਆ, ਉਹ ਵੀ ਇਹਨਾਂ ਨੇ ਪੋਚ ਕੀਤਾ, ਤੇ ਹੁਣ ਉਹ ਜਿਹੜੇ ਇਹ ਕਹਿੰਦੇ ਕਿਉਂਕਿ ਦਲਿਤ ਫੇਸ ਹੈ, ਇਹਨਾਂ ਨੂੰ ਜਿੰਨਾ ਠੋਕਣਗੇ, ਬਦਨਾਮ ਕਰਨਗੇ, ਉਹਦੇ ਨਾਲ ਜਿਹੜਾ ਵੋਟ ਬੈਂਕ ਹੈਗਾ ਕਾਂਗਰਸ ਦੇ ਜਿਹੜੇ ਹੱਕ 'ਚ ਵੋਟਰ ਹੈਗੇ ਨੇ, ਉਹ ਦੂਰ ਜਾਣਗੇ। ਉਹ ਮਤਲਬ ਇਹਨਾਂ ਦੀ ਜਿਹੜੀ ਟਾਈਮਿੰਗ ਹੈਗੀ ਹੈ ਉਹ ਵੀ ਮਾੜੀ ਹੈ, ਤੇ ਜਿਹੜਾ ਉਹਦਾ ਪਾਸਟ ਹੈਗਾ ਚਰਨਜੀਤ ਚੰਨੀ ਦਾ, ਉਹ ਵੀ ਮਾੜਾ, ਕਿਉਂਕਿ ਉਹਨੂੰ ਵੀ ਸਾਰੀਆਂ ਗੱਲਾਂ ਦਾ ਹਿਸਾਬ ਕਿਤਾਬ ਤਾਂ ਦੇਣੇ ਪਏਗਾ, ਜਿਹੜਾ ਵਿਜੀਲੈਂਸ ਨੇ ਉਹਨਾਂ ਤੇ ਰੈਗੂਲਰ। ਠੀਕ ਹੈ, ਤੁਹਾਨੂੰ ਲੱਗਦਾ ਕਿ ਟਾਈਮਿੰਗ ਗਲਤ ਹੈ ਪਰ ਐਕਸ਼ਨ ਸਹੀ ਹੈ? ਦੇਖੋ ਐਕਸ਼ਨ ਦੇ ਵਿੱਚ ਵੀ ਟਾਈਮਿੰਗ ਤਾਂ ਗਲਤ ਹੈ ਹੀ ਹੈ। ਇੱਕ ਗੱਲ, ਜਿਹੜਾ ਐਕਸ਼ਨ ਹੈਗਾ ਉਹ ਬੇਵਜ੍ਹਾ ਨਹੀਂ ਹੈਗਾ। ਜਿਹੜਾ ਕੁਝ ਆਪਾਂ ਸਾਰਾ ਗਿਣਦੇ ਆ, ਜੋ ਹੋਇਆ ਹੈਗਾ, ਮੈਂ ਸਾਰੇ ਉਹ ਗੱਲ ਦੇ ਵਿੱਚ ਦੁਬਾਰਾ ਰਿਪੀਟ ਕਰ ਸਕਦਾ ਹੈ। ਉਹ ਜਿਹੜੀਆਂ ਗੱਲਾਂ ਹੈਗੀਆਂ ਨੇ ਉਹ ਵੀ ਵਿਦਆਊਟ ਬੇਸ ਨਹੀਂ ਹੈਗੀਆਂ, ਉਹਨਾਂ ਦਾ ਵੀ ਕੋਈ ਨਾ ਕੋਈ ਬੇਸ ਕਿਤੇ ਨਾ ਕਿਤੇ ਹੈਗਾ। ਔਰ ਇਹਨਾਂ ਦਾ ਜਿਹੜਾ ਪਾਸਟ ਰਿਹਾ ਹੈਗਾ ਉਹ ਬਹੁਤ ਕੰਟਰੋਵਰਸ਼ਲ ਰਿਹਾ। ਔਰ ਇਹ ਵੀ ਗੱਲ ਚੱਲੀ ਸੀਗੀ ਕਿ ਜਿਹੜੀ ਹਾਈ ਕਮਾਂਡ ਹੈ ਇਹਨਾਂ ਦੀ, ਉਹ ਬਹੁਤ ਲਾਰਜ ਸਮ ਦੀਆਂ ਰੂਮਰ ਆ ਰਹੀਆਂ ਸੀਗੀਆਂ ਕਿ ਉਹ ਪੈਸੇ ਮੰਗਦੀ ਹੈ, ਜਿਹੜੇ ਕੈਪਟਨ ਸਾਹਿਬ ਨੇ ਨਹੀਂ ਦਿੱਤੇ। ਉਹ ਫਿਰ ਜਿਹੜਾ ਉਹਦੀ ਹਾਮੀ ਭਰਦਾ ਸੀਗਾ, ਉਹਦੇ ਤੇ ਨੰਬਰ ਆ ਗਿਆ। ਸੋ ਬੜਾ ਕੁਛ ਹੈਗਾ, ਚਾਹੇ ਹਰੀਸ਼ ਰਾਵਤ ਸੀਗਾ, ਚਾਹੇ ਹਾਈ ਕਮਾਂਡ ਸੀ, ਚਾਹੇ ਇਹਨਾਂ ਦਾ ਜਿਹੜਾ ਝਗੜੇ ਸੀ ਆਪਸ ਵਿੱਚ, ਇਹਨਾਂ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ 5 ਸਾਲਾਂ ਦੇ ਵਿੱਚ, ਖਾਸ ਕਰਕੇ ਪਿਛਲੇ 3 ਮਹੀਨਿਆਂ ਦੇ ਵਿੱਚ, ਉਹਨੂੰ ਫੇਲ ਕਰਦੇ ਲੱਗਿਆ, ਉਹਨੂੰ ਫੇਲ ਕਰਦੇ ਲੱਗਿਆ, ਉਹਨੂੰ ਫੇਲ ਕਰਦੇ ਲੱਗਿਆ। ਇਹਨਾਂ ਨੇ ਪੰਜਾਬ ਨੂੰ ਬਹੁਤ ਪਿੱਛੇ ਧੱਕਿਆ। ਹੁਣ ਇਹ ਗॉड ਨੋਜ਼ ਵੀ ਸੱਚਾਈ ਕੀ ਹੈਗੀ ਹੈ, ਤੇ ਇਹ ਤਾਂ ਹੁਣ ਜਿਹੜੀ ਇਨਕੁਆਇਰੀ ਹੋਊਗੀ, ਜਿਹੜੇ ਸਬੂਤ ਦੇਣਗੇ, ਉਹਨਾਂ ਦੇ ਬੇਸਿਸ ਤੇ ਅੱਗੇ ਜਾਇਆ ਜਾ। ਠੀਕ ਹੈ, ਗਰਗ ਸਾਹਿਬ ਦਾ ਮੈਂ ਰੁਕ ਕਰਦਾ, ਉਸ ਤੋਂ ਬਾਅਦ ਖੜਿਆਲ ਸਾਹਿਬ ਤੁਹਾਡੇ ਕੋਲ ਆਉਂਗਾ। ਗਰਗ ਸਾਹਿਬ, ਮੈਂ ਸ਼ੁਰੂਆਤ ਕਰਦਾ ਵੈਂਡੇਟਾ ਪੋਲਿਟਿਕਸ ਤੋਂ। ਤੁਹਾਡੇ ਉੱਤੇ ਇਸ ਸਮੇਂ ਇਲਜ਼ਾਮ ਇਹ ਲੱਗ ਰਿਹਾ ਹੈ, ਤੇ ਇਲਜ਼ਾਮ ਇਹ ਵੀ ਨੇ ਕਿ ਜੇ ਵਿਜੀਲੈਂਸ ਬਿਲਕੁਲ ਸੁਤੰਤਰ ਹੋ ਕੇ ਕੰਮ ਕਰ ਰਹੀ ਹੈ, ਤਾਂ ਫਿਰ ਜਿਹੜੀਆਂ ਸੈਂਟਰ ਵਾਲੀਆਂ ਏਜੰਸੀਆਂ, ਉਸ ਦੇ ਉੱਤੇ ਤੁਸੀਂ ਕੁਐਸਚਨ ਮਾਰਕ ਕਿਉਂ ਖੜਾ ਕਰਦੇ ਹੋ? ਕੰਪੇਅਰ ਦਿੱਲੀ ਦੇ ਨਾਲ ਜ਼ਰੂਰ ਕੀਤਾ ਜਾ ਰਿਹਾ ਇਸ ਸਮੇਂ। ਦੇਖੋ ਗੌਰਵ ਜੀ, ਸਭ ਤੋਂ ਪਹਿਲਾਂ ਮੈਂ ਚੰਨੀ ਸਾਹਿਬ ਦੀ ਗੱਲ ਦਾ ਜਵਾਬ ਦੇਣਾ ਚਾਹੁੰਦਾ। ਇਹ ਕਹਿੰਦੇ ਨੇ ਟਾਈਮਿੰਗ ਗਲਤ ਹੈ। ਮੈਂ ਚੰਨੀ ਸਾਹਿਬ ਨੂੰ ਪੁੱਛਣਾ ਚਾਹੁੰਦਾ, ਜਦੋਂ ਸੀਐਮ ਜਿਹੜੇ ਹੈਗੇ, ਸਾਬਕਾ ਸੀਐਮ ਚੰਨੀ 111 ਦਿਨਾਂ ਦੇ ਮੁੱਖ ਮੰਤਰੀ ਸੀ, ਤੇ ਜਦੋਂ ਉਹਨਾਂ ਦੇ ਜਿਹੜੇ ਭਾਂਜੇ ਜਿਹੜਾ ਹੈਗਾ ਭੁਪਿੰਦਰ ਹਨੀ ਦੇ ਉੱਤੇ ਰੇਡ ਹੋਈ ਸੀ, ਤਾਂ ਫਿਰ ਕੀ ਉਹ ਟਾਈਮਿੰਗ ਸਹੀ ਸੀ? ਕੀ ਉਹ ਟਾਈਮਿੰਗ ਸਹੀ ਸੀ? ਉਹਦੇ ਬਾਰੇ ਵੀ ਚੰਨੀ ਸਾਹਿਬ ਦੱਸਦੇ ਨੇ। ਅੱਜ ਜੇ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਬੁਲਾਇਆ ਹੈਗਾ, ਜਿਸ ਤਰ੍ਹਾਂ ਮੀਡੀਆ ਦੇ ਵਿੱਚ ਖਬਰਾਂ ਆ ਰਹੀਆਂ ਨੇ, ਪੁੱਛਿਆ ਕੀ ਜਾ ਰਿਹਾ ਕਿ ਜਿਹੜਾ ਹੈਗਾ ਦਾਸਤਾਨੇ ਸ਼ਹਾਦਤ ਦੇ ਖਰਚੇ ਬਾਰੇ ਪੁੱਛਿਆ ਜਾ ਰਿਹਾ, ਬੇਟੇ ਦੇ ਵਿਆਹ ਦੇ ਉੱਤੇ ਜਿਹੜਾ ਖਰਚਾ ਹੋਇਆ ਉਹਦੇ ਬਾਰੇ ਪੁੱਛਿਆ ਜਾ ਰਿਹਾ,
ਜਿਹੜਾ ਹੈਗਾ ਜਿੰਦਾਪੁਰ ਦੇ ਇਲਾਕੇ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਸੀ ਉਹਦੇ ਹਿੱਸੇ ਬਾਰੇ ਪੁੱਛਿਆ ਜਾ ਰਿਹਾ ਹੈਗਾ। ਹਣੀ ਦੇ ਕੋਲੋਂ ਜਿਹੜਾ 10 ਕਰੋੜ ਰੁਪਏ ਫੜਿਆ ਗਿਆ ਸੀ, ਜਾਇਦਾਦ ਦੇ ਕਾਗਜ਼ ਫੜੇ ਗਏ ਸੀ, ਉਹਦੇ ਬਾਰੇ ਪੁੱਛਿਆ ਜਾ ਰਿਹਾ ਹੈਗਾ। ਇਹ ਸਾਰੀਆਂ ਚੀਜ਼ਾਂ ਤਾਂ ਉਹੀ ਹੈਗੀਆਂ ਨੇ ਨਾ ਜਦੋਂ ਈਡੀ ਦੀ ਰੇਡ ਜਿਹੜੀ ਹੈ ਉੱਥੇ ਹੁੰਦੀ ਹੈਗੀ, ਜਿਸ ਦੇ ਉੱਤੇ ਲਗਾਤਾਰ ਅਕਾਲੀ ਦਲ ਵੀ ਬੋਲਦਾ ਰਿਹਾ ਹੈਗਾ, ਬੀਜੇਪੀ ਵੀ ਬੋਲਦੀ ਰਹੀ ਹੈ, ਅਸੀਂ ਵੀ ਬੋਲਦੇ ਰਹੇ ਹਾਂ। ਜੇ ਅੱਜ ਉਸ ਦੇ ਉੱਤੇ ਕਾਰਵਾਈ ਹੋ ਰਹੀ ਹੈ ਤਾਂ ਇਹ ਪੋਲੀਟੀਕਲ ਵੈਂਡੇਟਾ ਕਿੱਦਾਂ ਹੋ ਗਿਆ? ਨਹੀਂ ਗਰਗ ਸਾਹਿਬ ਇਹ ਦੱਸੋ ਨਾ, ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਜਲੰਧਰ ਇਲੈਕਸ਼ਨ ਨਾਲ ਕੰਪੇਅਰ ਕਿਉਂ ਨਾ ਕਰੀਏ, ਉਸ ਦੇ ਨਾਲ ਬਿਲਕੁਲ ਜੋੜੀਏ ਕਿਉਂ ਨਾ? ਦੇਖੋ 20 ਤਰੀਕ ਨੂੰ ਸੱਦਣਾ ਸੀ, ਤੁਸੀਂ 14 ਨੂੰ ਸੱਦ ਲਿਆ। ਸੁਣ ਲਓ ਸਰ, ਮੈਂ ਸੁਣ ਲਓ ਨਾ ਕਿ ਜਿਹੜਾ ਇਲੈਕਸ਼ਨ ਹੋਣਾ ਹੈਗਾ 10 ਮਈ ਨੂੰ, 20 ਅਪ੍ਰੈਲ ਨੂੰ ਇਲੈਕਸ਼ਨ ਖਤਮ ਹੋ ਜਾਂਦਾ। ਜਿਹੜਾ ਇਹ 20 ਅਪ੍ਰੈਲ ਦੀ ਗੱਲ ਕਰ ਰਹੇ ਨੇ। ਔਰ ਨੰਬਰ 1, ਨੰਬਰ 2 ਸੱਦਿਆ ਤਾਂ ਉਹਨਾਂ ਨੂੰ ਪਹਿਲਾਂ ਵੀ ਗਿਆ ਸੀ, ਫਿਰ ਉਹ ਪਹਿਲਾਂ ਕਿਉਂ ਨਹੀਂ ਆਏ ਉੱਥੇ? ਇਹਦੇ ਬਾਰੇ ਜ਼ਿਆਦਾ ਜਿਹੜਾ ਜਵਾਬ ਹੈ ਉਹ ਤੁਹਾਨੂੰ ਵਿਜੀਲੈਂਸ ਬਿਊਰੋ, ਕਿਉਂਕਿ ਇੰਡੀਪੈਂਡੈਂਟ ਏਜੰਸੀ ਹੈਗੀ ਹੈ, ਉਹਨਾਂ ਦੇ ਅਫਸਰਾਂ ਨੂੰ ਪੁੱਛੋ, ਉਹ ਤੁਹਾਨੂੰ ਦੇ ਸਕਦੇ ਨੇ, ਕਿਉਂਕਿ ਸਰਕਾਰ ਦੀ ਤਾਂ ਇਸ ਦੇ ਵਿੱਚ ਇਨਵੋਲਵਮੈਂਟ ਨਹੀਂ ਹੈਗੀ ਹੈ। ਇਹ ਵਿਜੀਲੈਂਸ ਬਿਊਰੋ ਨੇ ਦੇਖਣਾ ਹੈ ਕਿ ਉਹਨਾਂ ਨੇ ਕਦੋਂ ਬੁਲਾਇਆ, ਕਿਹਨੂੰ ਬੁਲਾਇਆ ਹੈਗਾ। 20 ਅਪ੍ਰੈਲ ਨੂੰ ਕਿਹੜਾ ਇਲੈਕਸ਼ਨ ਨੇ ਖਤਮ ਹੋ ਜਾਣਾ ਹੈਗਾ ਸੀ। ਔਰ ਦੂਸਰੀ ਗੱਲ ਕਹਿੰਦੇ ਤੁਹਾਡੇ ਕੋਲ ਇੱਕ ਸਬੂਤ ਨਹੀਂ ਹੈਗਾ, ਕਾਂਗਰਸ ਕਹਿੰਦੀ ਤੁਹਾਡੇ ਕੋਲ ਇੱਕ ਸਬੂਤ ਨਹੀਂ ਹੈ। ਇੱਕ ਸਬੂਤ ਹੁੰਦਾ ਤਾਂ ਤੁਸੀਂ ਅਰੈਸਟ ਕਰ ਲੈਣਾ ਸੀ ਹੁਣ ਤੱਕ ਸਾਬਕਾ ਸੀਐਮ। ਦੇਖੋ ਬਿਨਾਂ ਪਹਿਲੀ ਗੱਲ ਤਾਂ ਕਿਸੇ ਸਬੂਤ ਦੇ ਆਧਾਰ ਤੇ ਜਾਂ ਜਦੋਂ ਤੱਕ ਉਸ ਦੇ ਉੱਤੇ ਕੋਈ ਪੁਖਤਾ ਜਾਨੀ ਕਿ ਜਾਣਕਾਰੀ ਨਾ ਹੋਵੇ, ਵਿਜੀਲੈਂਸ ਬਿਊਰੋ ਨਹੀਂ ਬੁਲਾਉਂਦੀ। ਜੇ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਬੁਲਾਇਆ ਹੈਗਾ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾ ਰਹੇ ਹੈਗੇ ਆ, ਜੋ ਨਿਰਦੋਸ਼ ਹੈਗੇ, ਹਰ ਨਿਰਦੋਸ਼ ਨੂੰ ਥੋੜਾ ਹੱਥ ਪਾ ਲੈਂਦੀ ਹੈ ਵਿਜੀਲੈਂਸ ਬਿਊਰੋ। ਠੀਕ ਹੈ, ਸ਼ੱਕ ਹੈ, ਸ਼ੱਕ ਦੇ ਆਧਾਰ ਤੇ ਬੁਲਾਇਆ ਹੈ। ਚਲੋ ਆਪਾਂ ਜਵਾਬ ਲੈਣੇ ਥੋੜਾ ਛੋਟਾ, ਠੀਕ ਹੈ, ਸਵਾਲ ਜਵਾਬ ਹੋ ਰਹੇ ਹੈਗੇ, ਉਸ ਦੇ ਥੋੜਾ ਛੋਟਾ ਜਵਾਬ ਰੱਖੋ ਸਰ। ਆਪਾਂ ਵਾਰ-ਵਾਰ ਬਹੁਤ ਸਾਰੇ ਬਿਲਕੁਲ ਛੋਟਾ ਜਵਾਬ ਕਰ। ਦੂਸਰੀ ਗੱਲ ਇੱਕ ਚੀਜ਼ ਹੋਰ ਕਹਿ ਦਿਆਂ, ਇਹਨਾਂ ਨੇ ਦਿੱਲੀ ਦੇ ਨਾਲ ਚੀਜ਼ ਨੂੰ ਕੰਪੇਅਰ ਕੀਤਾ ਹੈਗਾ। ਇਹ ਹਰ ਇੱਕ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦਾ ਜਨਮ ਜਿਹੜਾ ਹੈਗਾ ਐਂਟੀ ਕਰਪਸ਼ਨ ਜਿਹੜੇ ਮੂਵਮੈਂਟ ਦੇ ਵਿੱਚੋਂ ਹੋਇਆ। ਅਸੀਂ ਲਗਾਤਾਰ ਜਿਹੜੇ ਬੀਜੇਪੀ ਦੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦੇ ਰਹੇ ਹਾਂ। ਜਿਸ ਤਰੀਕੇ ਨਾਲ ਵਿਧਾਨ ਸਭਾ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਇਸ ਚੀਜ਼ ਨੂੰ ਉਜਾਗਰ ਕੀਤਾ ਕਿ ਕਿਵੇਂ ਬੇਨਾਮੀ ਕੰਪਨੀਆਂ ਦੇ ਵਿੱਚ ਜਿਹੜਾ ਹੈਗਾ ਬੀਜੇਪੀ ਦੇ ਲੀਡਰਾਂ ਦਾ ਪੈਸਾ ਲੱਗਾ ਹੋਇਆ ਹੈ, ਉਸ ਤੋਂ ਬਾਅਦ ਹੀ ਸਾਨੂੰ ਤਾਂ ਕਲੀਅਰ ਸੀ ਕਿ ਚਲੋ ਜਵਾਬ ਲੈਣੇ ਸਰ, ਆਪਾਂ ਜਵਾਬ ਲੈਣੇ ਇੱਕ ਵਾਰੀ। ਸਰ ਲਾਸਟ ਗੱਲ ਮੈਂ ਕਹਿਣੀ ਚਾਹੁੰਦਾ ਵਾਂ, ਇਹ ਜਿਹੜੀ ਵੈਂਡੇਟਾ ਪੋਲਿਟਿਕਸ ਦੀ ਗੱਲ ਕਰ ਰਹੇ ਹਾਂ, ਰਾਹੁਲ ਗਾਂਧੀ ਨੂੰ ਜਦੋਂ ਸੂਰਜ ਦੀ ਇੱਕ ਅਦਾਲਤ ਸਜ਼ਾ ਦੇ ਦਿੰਦੀ ਹੈ, ਜਿਸ ਤੇਜ਼ੀ ਨਾਲ ਬੀਜੇਪੀ ਕੰਮ ਕਰਦੀ ਹੈ, ਫਿਰ ਉਸ ਵੇਲੇ ਕਾਂਗਰਸ ਕਿਉਂ ਹੱਲਾ ਕਰਦੀ ਹੈ ਕਿ ਪੋਲੀਟੀਕਲ ਵੈਂਡੇਟਾ ਹੋਇਆ? ਕਿਉਂਕਿ ਉਹ ਵੀ ਤਾਂ ਅਡਾਨੀਆਂ ਦੀ ਗੱਲ ਕਰ ਰਹੇ ਆ ਨਾ, ਉਸੇ ਪੈਸੇ ਦੀ ਗੱਲ ਕਰ ਰਹੇ, ਉਸੇ ਕਰਪਸ਼ਨ ਦੀ ਗੱਲ ਕਰ ਰਹੇ ਆ। ਤੇ ਜਦੋਂ ਅਸੀਂ ਆਪਾਂ ਜਵਾਬ ਲਈਏ ਸਰ, ਤੁਹਾਡਾ ਪੁਆਇੰਟ ਆ ਗਿਆ। ਦੇਖੋ ਗੱਲ ਇਹ ਨਾ ਕਿ ਕਾਂਗਰਸ ਦੇ ਉੱਤੇ ਇੱਕ ਅਲੱਗ ਐਕਸ਼ਨ ਹੈ ਜਾਂ ਆਮ ਆਦਮੀ ਪਾਰਟੀ ਦੇ ਉੱਤੇ ਇੱਕ ਅਲੱਗ ਐਕਸ਼ਨ ਨਜ਼ਰ ਆਉਂਦਾ ਹੈ, ਔਰ ਦੂਜੇ ਪਾਸੇ ਦਿੱਲੀ ਦੇ ਵਿੱਚ ਜਾਂ ਕਹੀਏ ਕਿ ਜਿਹੜੀ ਕਾਂਗਰਸ ਦੀ ਸੈਂਟਰਲ ਲੀਡਰਸ਼ਿਪ ਹੈ ਉਸ ਦੇ ਉੱਤੇ ਇੱਕ ਅਲੱਗ ਐਕਸ਼ਨ ਹੈ। ਖੜਿਆਲ ਸਾਹਿਬ, ਤੁਸੀਂ ਏਜੰਸੀਆਂ ਦੇ ਉੱਤੇ ਉਂਗਲੀ ਚੁੱਕ ਰਹੇ ਹੋ। ਜੇ ਏਜੰਸੀਆਂ ਦੇ ਉੱਤੇ ਉਂਗਲੀ ਚੁੱਕ ਰਹੇ ਹੋ, ਫਿਰ ਰਾਹੁਲ ਗਾਂਧੀ ਦੀ ਜਿਹੜੀ ਕਾਰਵਾਈ ਹੋਈ ਫਿਰ ਉਸ ਦੇ ਉੱਤੇ ਸਵਾਲ ਕਿਉਂ? ਦੂਜੇ ਪਾਸੇ ਗੱਲ ਇਹ ਹੈ ਕਿ ਜੇਕਰ ਕੋਈ ਆਧਾਰ ਹੈ, ਉਹ ਇੱਕ ਬਹੁਤ ਵਾਰ ਆਪਾਂ ਕਹਾਵਤ ਦਾ ਇਸਤੇਮਾਲ ਕਰਦੇ ਹਾਂ ਕਿ ਜੇ ਧੂਆਂ ਉੱਠ ਰਿਹਾ ਕਿਤੇ ਨਾ ਕਿਤੇ ਅੱਗ ਲੱਗੀ ਹੋਈ ਹੈ। ਫਿਰ ਜੇ ਧੂਆਂ ਉੱਠ ਰਿਹਾ ਜੇ ਤਾਂ ਕਿਤੇ ਨਾ ਕਿਤੇ ਅੱਗ ਲੱਗੀ ਹੋਣੀ ਹੈ। ਫਿਰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਜੋ ਸੰਮਨ ਆਏ ਹੈ, ਮਤਲਬ ਵੀ ਅੱਗ ਕਿਤੇ ਨਾ ਕਿਤੇ ਤਾਂ ਲੱਗੀ ਹੋਈ ਹੈ। ਤੇ ਸਿਸੋਦੀਆ ਸਾਹਿਬ ਨੂੰ ਰਿਲੀਫ ਨਹੀਂ ਮਿਲਿਆ, ਇਹ ਗੱਲ ਮੈਂ ਔਨ ਰਿਕਾਰਡ ਕਹਿ ਰਿਹਾ। ਕੋਰਟ ਜਾਣ ਦੇ ਬਾਵਜੂਦ ਜੈਨ ਸਾਹਿਬ ਨੂੰ ਰਿਲੀਫ ਨਹੀਂ ਮਿਲਿਆ। ਜਿਹੜੀ ਪਾਰਟੀ ਕਹਿੰਦੀ ਹੈ ਨਾ ਜ਼ੀਰੋ ਟੋਲਰੈਂਸ ਫॉर ਕਰਪਸ਼ਨ ਹੈ ਜੀ, ਕੱਟੜ ਇਮਾਨਦਾਰ ਹੈ, ਇਹਨਾਂ ਨੂੰ ਇੰਨੀ ਗੱਲ ਪੁੱਛ ਲਓ ਵੀ ਜਿਹੜੇ ਲੀਡਰ ਨੂੰ ਆਪ ਮੰਤਰੀ ਪਦ ਤੋਂ ਉਤਾਰਿਆ ਸੀ ਵਿਜੇ ਸਿੰਗਲਾ ਜੀ ਨੂੰ, ਉਹਨਾਂ ਨੂੰ ਪਾਰਟੀ ਮੈਂਬਰਸ਼ਿਪ ਚੋਂ ਕਿਉਂ ਨਹੀਂ ਕੱਢਿਆ ਜੀ ਜ਼ੀਰੋ ਟੋਲਰੈਂਸ ਹੈ? ਬਠਿੰਡਾ ਰੂਰਲ ਦੇ ਐਮਐਲਏ ਨੂੰ ਪਾਰਟੀ ਮੈਂਬਰਸ਼ਿਪ ਚੋਂ ਕਿਉਂ ਨਹੀਂ ਕੱਢਿਆ ਜੀ ਜ਼ੀਰੋ ਟੋਲਰੈਂਸ ਹੈ? ਸਰਾਰੀ ਸਾਹਿਬ ਖਿਲਾਫ ਇਨਕੁਆਇਰੀ ਕਿਉਂ ਨਹੀਂ ਕਰਾਈ? ਸੋ ਇਹਨਾਂ ਦੀ ਕ੍ਰੈਡੀਬਿਲਿਟੀ ਖਤਮ ਹੋ ਗਈ, ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਆਮ ਆਦਮੀ ਪਾਰਟੀ ਤੋਂ। ਦੂਜੀ ਗੱਲ ਨਹੀਂ ਦੇਖੋ, ਲੋਕ ਇਹ ਜਾਣਨਾ ਚਾਹੁੰਦੇ ਨੇ ਨਾ, ਮੈਂ ਇਸ ਕਰਕੇ ਰਿਕੁਐਸਟ ਕਰ ਰਿਹਾ ਕਿ ਛੋਟਾ ਜਵਾਬ ਰੱਖਿਓ। ਲੋਕ ਜਾਣਨਾ ਚਾਹੁੰਦੇ ਨੇ ਕਿ ਜੇਕਰ ਪੁੱਛਗਿੱਛ ਹੋ ਰਹੀ ਹੈ ਤਾਂ ਫਿਰ ਪ੍ਰੋਬਲਮ ਕੀ ਹੈ? ਕਿੱਥੇ ਪ੍ਰੋਬਲਮ ਤੁਹਾਨੂੰ ਨਜ਼ਰ ਆ ਰਹੀ ਹੈ? ਬੁਲਾਇਆ, ਸਵਾਲ ਪੁੱਛੇ। ਗਰਗ ਸਾਹਿਬ ਕਹਿ ਰਹੇ ਨੇ ਕਿ ਸਵਾਲ ਕੀ ਪੁੱਛੇ? ਦੇਖੋ ਜਿਹੜੇ ਸੋਰਸਿਸ ਦੇ ਜ਼ਰੀਏ ਅਸੀਂ ਵੀ ਦਿਖਾ ਰਹੇ ਹਾਂ, ਉਹ ਪੁੱਛ ਰਹੇ ਆ ਕਿ ਤੁਹਾਡੇ ਬੇਟੇ ਦੇ ਵਿਆਹ ਤੇ ਕਿੰਨਾ ਖਰਚਾ ਹੋਇਆ, ਦਾਸਤਾਨੇ ਸ਼ਹਾਦਤ ਸਮਾਗਮ ਦੇ ਉੱਤੇ ਕਿੰਨਾ ਖਰਚਾ ਹੋਇਆ, ਵਿਦੇਸ਼ ਗਏ ਪੈਸਾ ਕਿੱਥੋਂ ਆਇਆ? ਇਹ ਸਵਾਲ ਨੇ ਕਿ ਇਹਨਾਂ ਦੇ ਉੱਪਰ ਕਿੰਤੂ ਪਰੰਤੂ ਕਿਉਂ? ਦੱਸ ਦਿਓ ਕਿੱਥੋਂ ਆਇਆ ਪੈਸਾ। ਆਮ ਆਦਮੀ ਪਾਰਟੀ ਨੂੰ ਕਿੰਤੂ ਪਰੰਤੂ ਕਿਉਂ ਹੈ? ਜੇ ਕੇਜਰੀਵਾਲ ਸਾਹਿਬ ਸੰਮਨ ਹੋ ਗਏ, ਪਹਿਲਾਂ ਤਾਂ ਮੈਂ ਦੱਸਦਾ ਇੱਕ ਗੱਲ, ਸੰਮਨ ਹੋਣ ਨਾਲ ਬੰਦਾ ਗਿਲਟੀ ਨਹੀਂ ਬਣ ਜਾਂਦਾ। ਕਾਨੂੰਨ ਕਹਿੰਦਾ one is to be presumed innocent until proven guilty। ਇਲਜ਼ਾਮ ਹੈ, ਫੈਕਟ ਨਹੀਂ ਹੈ, ਸਬੂਤ ਨਹੀਂ ਹੈ, ਗਵਾਹ ਨਹੀਂ ਹੈ, ਕੁਝ ਵੀ ਨਹੀਂ ਹੈ। ਦੂਜੀ ਗੱਲ, ਆਮ ਆਦਮੀ ਪਾਰਟੀ ਬੀਜੇਪੀ ਦੇ ਨਕਸ਼ੇ ਕਦਮ ਤੇ ਚੱਲ ਰਹੀ ਹੈ when it comes to abuse of power। ਕਾਰਨ ਦੱਸਦਾ ਹੈ, ਜਿਹੜੇ 95 ਹੁਣ ਜਿਹੜਾ ਹਨੀ ਤੇ ਵੀ ਕੇਸ ਹੋਇਆ ਹੈ, ਉਹ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਥੱਲੇ ਹੋਇਆ, ਡਨ ਬਾਈ ਦੀ ਇਨਫੋਰਸਮੈਂਟ ਡਾਇਰੈਕਟੋਰੇਟ। ਉਹਦਾ ਰਿਕਾਰਡ ਚੱਕ ਕੇ ਦੇਖੋ, 2014 ਤੋਂ ਲੈ ਕੇ 2023 ਤੱਕ ਸਿਰਫ 25 ਦੇ ਨੇੜੇ ਕੇਸ ਭੁਗਤਾਏ ਆ PMLA ਦੇ ਅੰਡਰ। ਦੂਜਾ 95% ਕੇਸ ਆਪੋਜੀਸ਼ਨ ਪਾਰਟੀਆਂ ਦੇ, CBI, IT, ED, SEBI ਦੇ। ਤੇ ਦੂਜੀ ਗੱਲ, ਕਨਵਿਕਸ਼ਨ ਰੇਟ ED ਦਾ 0.05%, UPA ਵਾਲੇ 112 ਰੇਟ ਸੀਗਾ,
ਬੀਜੇਪੀ ਵਾਲੇ 3000 ਪਲੱਸ ਹੈ। ਸੋ ਅਬਿਊਜ਼ ਆਫ ਪਾਵਰ ਬੀਜੇਪੀ ਕਰਦੀ ਹੈ, ਆਮ ਆਦਮੀ ਪਾਰਟੀ ਨਕਸ਼ਾ ਕਦਮ ਫੋਲੋ ਕਰਦੀ ਹੈ। ਦੂਜੀ ਗੱਲ ਤੇ ਆਜੋ ਹੁਣ, ਆਮ ਆਦਮੀ ਪਾਰਟੀ ਵੈਂਡੇਟਾ ਕਰਦੀ ਹੈ। ਦਾ ਸਬੂਤ ਇਹ ਵੀ ਹੈ ਕਿ 2 ਪਰਚੇ ਕੀਤੇ ਸੀਗੇ ਤੇਜਿੰਦਰ ਬੱਗਾ ਤੇ ਕੁਮਾਰ ਵਿਸ਼ਵਾਸ ਤੇ ਆਲਰੇਡੀ ਕਾਜ ਹੋ ਗਏ। ਹੁਣ ਮੈਂ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਵਾਬ ਦੇਦਾ ਜ਼ਰਾ। ਪਹਿਲਾਂ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਦਵਾਂ। ਇਹਨਾਂ ਨੇ ਸਿਕਿਉਰਿਟੀ ਦਾ ਆਪਣਾ ਵੇਰਵਾ ਦਿੱਤਾ ਵੀ ਸਿਕਿਉਰਿਟੀ ਸੀ ਜੀ ਐਸਪੀਜੀਸੀ, ਸੋ ਚੰਨੀ ਸਾਹਿਬ ਇਨਵੋਲਵ ਹੋ ਗਏ। ਇਹ ਇੰਨਾ ਮਤਲਬ ਇਹ ਲੌਜੀਕਲ ਆਰਗੂਮੈਂਟ, ਇਹ ਲੌਜੀਕਲ ਸਟੇਟਮੈਂਟ ਵੀ ਸਿਕਿਉਰਿਟੀ ਨਾਲ ਕਿਵੇਂ ਇਨਵੋਲਵ ਹੋ ਸਕਦਾ ਬੰਦਾ। ਦੂਜੀ ਗੱਲ, ਜੇ ਰਿਸ਼ਤੇਦਾਰੀ ਨਾਲ ਬੰਦਾ ਗਿਲਟੀ ਹੋ ਜਾਂਦਾ ਤਾਂ ਜਿਹੜਾ ਮਜੀਠੀਆ ਸਾਹਿਬ ਤੇ ਕੇਸ ਚੱਲਦਾ ਐਨਡੀਪੀਐਸ ਦਾ, ਕਿ ਸੁਖਬੀਰ ਬਾਦਲ ਸਾਹਿਬ ਤੇ ਤੁਸੀਂ ਉਂਗਲ ਚੱਕ ਸਕਦੇ ਹੋ, ਸੁਖਬੀਰ ਬਾਦਲ ਸਾਹਿਬ ਨੂੰ ਗਿਲਟੀ ਕਹਿ ਸਕਦੇ ਹੋ, ਉਹਨਾਂ ਨੂੰ ਇਨਵੋਲਵ ਕਰ ਸਕਦੇ ਹੋ ਕੇਸ ਦੇ ਵਿੱਚ। ਸੋ ਇਹ ਤਰਕ ਹੀ ਗਲਤ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੇ ਰਿਹਾ ਹੈ। ਦੂਜੀ ਗੱਲ, ਬੀਜੇਪੀ ਨੇ ਗੱਲਾਂ ਕਹੀਆਂ, ਜੋ ਬੀਜੇਪੀ ਨੇ ਇਹ ਗੱਲ ਕਹੀ ਕਿ ਜੀ ਅਸੀਂ ਬੜੇ ਕੱਟੜ ਇਮਾਨਦਾਰ ਹੈ ਜੀ, ਅਸੀਂ ਬੜਾ ਵਧੀਆ ਕੁਝ ਕਰ ਰਹੇ। ਮੈਂ ਬੀਜੇਪੀ ਦੀ ਸੱਚਾਈ ਦੱਸਦਾ, ਬੀਜੇਪੀ ਨੇ ਉਹ ਲੀਡਰਸ ਨੂੰ ਆਪਣੀ ਪਾਰਟੀ ਦੇ ਵਿੱਚ ਇੰਡਕਟ ਕੀਤਾ ਜਿਨ੍ਹਾਂ ਦੇ ਖਿਲਾਫ ਕਰਪਸ਼ਨ ਦੇ ਕੇਸਿਸ ਪੈਂਡਿੰਗ ਸੀ। ਸੁਵੇਂਦੂ ਅਧਿਕਾਰੀ, ਮੁਕੁਲ ਰੋਏ, ਹਿਮੰਤ ਬਿਸਵਾ ਸ਼ਰਮਾ, ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਬੇਟੇ ਤੇ ਹੋਰ ਬਹੁਤ ਸਾਰੇ ਲੀਡਰਸ ਹੈ। ਜੇ ਕਹਿੰਦੇ ਹੋ ਕੱਟੜ ਇਮਾਨਦਾਰ ਹੈ, ਜ਼ੀਰੋ ਟੋਲਰੈਂਸ ਫॉर ਕਰਪਸ਼ਨ ਹੈ, ਤਾਂ ਜਿਹੜੇ ਲੀਡਰਾਂ ਖਿਲਾਫ ਕਰਪਸ਼ਨ ਕੇਸਿਸ ਆ ਉਹਨਾਂ ਨੂੰ ਪਾਰਟੀ 'ਚ ਕਿਉਂ ਲੈਣੇ? ਕਿਹੜੀ ਵਾਸ਼ਿੰਗ ਮਸ਼ੀਨ ਜਾਂ ਡਿਟਰਜੈਂਟ ਪਾਊਡਰ ਬੀਜੇਪੀ ਕੋਲੇ? ਦੂਜੀ ਗੱਲ ਦੇਖੋ, ਤੁਸੀਂ ਫੈਕਟਸ ਚੱਕ ਕੇ ਦੇਖੋ ਗੌਰਵ ਜੀ, ਇੱਥੋਂ ਪਤਾ ਲੱਗਦਾ ਇੱਕ ਤਾਂ ਜਲੰਧਰ ਬਾਈ ਇਲੈਕਸ਼ਨ ਜਦੋਂ ਆਪਣਾ ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ ਸਰ, ਤੁਹਾਡਾ ਪੁਆਇੰਟ ਆ ਗਿਆ। ਮੈਂ ਜਲੰਧਰ ਇਲੈਕਸ਼ਨ ਤੇ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ। ਆਪ ਨੂੰ ਇੰਨੀ ਗੱਲ ਪੁੱਛ ਲਓ, ਆਪ ਨੂੰ ਇੰਨੀ ਗੱਲ ਪੁੱਛ। ਠੀਕ ਹੈ, ਮੈਂ ਇੱਕ ਵਾਰੀ ਸਭ ਦੇ ਜਵਾਬ ਲਵਾਂ ਸਰ। ਬਹੁਤ ਡਿਟੇਲ ਦੇ ਵਿੱਚ ਤੁਸੀਂ ਜਵਾਬ ਦਿੱਤੇ ਆ ਸਾਰਿਆਂ ਦੇ। ਥੋੜਾ ਜਿਹਾ ਵੇਟ ਕਰੋ, ਲੈ ਲਓ ਇਹਨਾਂ ਤੋਂ। ਇਹਨਾਂ ਨੂੰ ਇੰਨੀ ਗੱਲ ਪੁੱਛ ਲਓ। ਠੀਕ ਹੈ, ਕਲੇਰ ਸਾਹਿਬ, ਡਿਪਟੀ ਸੀਐਮ ਕਿਹਾ, ਮੈਂ ਰਿਕੁਐਸਟ ਕਰ ਰਿਹਾ, ਡਿਪਟੀ ਸੀਐਮ ਕਿਹਾ ਸੀਗਾ, ਬਣਾਇਆ ਕਿਉਂ ਨਹੀਂ? ਠੀਕ ਹੈ, ਦੇਖੋ ਲੋਕ ਵੀ ਸਮਝਦੇ ਨੇ, ਦਰਸ਼ਕ ਸਮਝਦੇ ਨੇ ਕਿ ਹਰ ਕੇਸ ਸੇਮ ਨਹੀਂ ਹੋ ਸਕਦਾ। ਹਰ ਕਿਸੇ ਪਰਿਵਾਰ ਦੀ ਕਹਾਣੀ ਸੇਮ ਨਹੀਂ ਹੁੰਦੀ। ਕਿਸੇ ਥਾਂ ਦੇ ਉੱਤੇ ਜਿਹੜੇ ਰਿਸ਼ਤੇ ਨੇ ਉਹ ਵੱਖਰੇ ਹੋ ਸਕਦੇ ਨੇ, ਕਿਸੇ ਥਾਂ ਦੇ ਉੱਤੇ ਰਿਸ਼ਤੇ ਕੁਝ ਹੋਰ ਤਰੀਕੇ ਨਾਲ ਹੋ ਸਕਦੇ ਨੇ। ਇਸ ਕਰਕੇ ਆਪੋ ਆਪਣੇ ਇਲਜ਼ਾਮ ਤੁਸੀਂ ਲਗਾ ਰਹੇ ਹੋ। ਕਲੇਰ ਸਾਹਿਬ ਜਵਾਬ ਜ਼ਰੂਰ ਦੇ ਦਿਓ। ਮੈਂ ਤਾਂ ਫੇਰ ਦੇਖੋ ਖੜਿਆਲ ਸਾਹਿਬ ਨੂੰ ਮੈਂ ਸਿੱਧਾ ਸਪਸ਼ਟ ਗੱਲ ਕਹਿਣਾ ਕਿ ਜਿਹੜਾ ਸੀਐਮ ਦੇ ਨਾਲ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਚੱਲਦਾ ਹੈ, ਉਹ ਅਗਰ ਉਹ ਸਿਰਫ ਉਹਦੇ ਪਰਿਵਾਰਕ ਮੈਂਬਰਾਂ ਵਾਸਤੇ ਬਣਿਆ ਜਾਂ ਵਾਈਫ ਵਾਸਤੇ ਹੈ ਜਾਂ ਬੱਚਿਆਂ ਵਾਸਤੇ ਹੈ, ਤਾਂ ਅਗਰ ਹਨੀ ਕੋਲੇ ਉਹ ਸੀਗਾ ਤਾਂ ਇੱਕ ਗੱਲ ਸਪਸ਼ਟ ਹੈ ਕਿ ਉਹ ਮੁੱਖ ਮੰਤਰੀ ਦਾ ਬਹੁਤ ਖਾਸਮ ਖਾਸ ਸੀ। ਦੂਜੀ ਗੱਲ, ਨਹੀਂ ਇਹਦੇ ਨਾਲ ਇਹ ਨਹੀਂ ਨਾ ਹੋ ਰਿਹਾ ਕਲੇਰ ਸਾਹਿਬ ਕਿ ਤੁਸੀਂ ਕਹੋ ਕਿ 10 ਕਰੋੜ ਰੁਪਏ ਦੇ ਵਿੱਚ ਕਿਸ ਦੀ ਹਿੱਸੇਦਾਰੀ ਹੈ, ਮਤਲਬ ਕਰਪਸ਼ਨ ਵਾਲੇ ਚਾਰजेस ਉਸ ਦੇ ਵਿੱਚ ਕਿਵੇਂ ਆ ਕੇ ਜੁੜਦੇ? ਉਹ ਸਮੇਂ ਦੇ ਵਿੱਚ 10 ਕਰੋੜ ਰੁਪਏ ਆਉਣਾ, ਹਨੀ ਦਾ ਦੱਸੋ ਜੀ ਕਿਹੜੀ ਆਮਦਨ ਸੋਰਸ ਸੀ? ਹਨੀ ਨੇ ਕਿਹੜੀਆਂ ਹਨੀ ਦੀਆਂ ਫੈਕਟਰੀਆਂ ਚੱਲਦੀਆਂ ਸੀ ਜਿਹੜਾ ਉਸੇ 3 ਮਹੀਨਿਆਂ ਚ ਉਹਦੇ ਘਰੋਂ 10 ਕਰੋੜ ਰੁਪਇਆ ਵੀ ਲੱਭਿਆ, ਕਿਲੋਆਂ ਦੇ ਹਿਸਾਬ ਨਾਲ ਸੋਨਾ ਵੀ ਲੱਭਿਆ, ਘੜੀ ਵੀ ਲੱਭੀ। ਇੱਕ ਹੁਣੀ ਜ਼ਿਕਰ ਕਰ ਰਹੇ ਸੀ, ਮੈਂ ਤਾਂ ਬਹੁਤ ਸਪਸ਼ਟ, ਮੈਂ ਤਾਂ ਓਪਨ ਕਹਿਣਾ ਜੀ ਕਿ ਬਿਕਰਮ ਮਜੀਠੀਆ ਸਾਹਿਬ ਤੇ ਝੂਠਾ ਪਰਚਾ ਦਿੱਤਾ, ਉਹ ਤਾਂ ਇਹਨਾਂ ਦੇ ਆਪਦੇ ਮੰਤਰੀ ਮੰਨਦੇ ਨੇ। ਇਹਨਾਂ ਦੇ ਆਸ਼ੂ ਜੀ, ਜਿਹੜੇ ਭਾਰਤ ਭੂਸ਼ਣ ਆਸ਼ੂ ਜੀ ਹੈ, ਉਹਨਾਂ ਨੇ ਕੀ ਕਿਹਾ ਔਨ ਰਿਕਾਰਡ ਕਿ ਬਿਕਰਮ ਮਜੀਠੀਆ ਤੇ ਸਾਨੂੰ ਸਾਰਿਆਂ ਨੂੰ ਪਤਾ ਸੀ ਕਿ ਇੱਕ ਝੂਠਾ ਪਰਚਾ ਦੇ ਰਹੇ ਆ, ਪਰ ਠੀਕ ਹੈ ਕਹਿੰਦੇ ਗੰਦੀ ਸਿਆਸਤ ਹੈ। ਮੈਂ ਐਡਮਿਟ ਕਰਦਾ ਕਿ ਕਾਂਗਰਸ ਨੇ ਗੰਦੀ ਸਿਆਸਤ ਕੀਤੀ, ਤਾਂ ਖੜਿਆਲ ਸਾਹਿਬ ਕੱਢ ਦੇਣ ਫਿਰ ਆਸ਼ੂ ਸਾਹਿਬ ਨੂੰ ਪਾਰਟੀ ਚੋਂ। ਅਗਰ ਆਸ਼ੂ ਸਾਹਿਬ ਇੱਕ ਐਕਸ ਕੈਬਨਿਟ ਮਿਨਿਸਟਰ ਇਹ ਗੱਲ ਕਹਿੰਦਾ ਤਾਂ ਉਹ ਬਹੁਤ ਵਜ਼ਨ ਵਾਲੀ ਗੱਲ ਹੈ, ਇਹਨਾਂ ਨੂੰ ਉਹ ਵੀ ਸੁਣ ਲੈਣੀ ਚਾਹੀਦੀ ਹੈ। ਔਰ ਹੁਣ ਤਾਂ ਰਿਪੋਰਟਾਂ ਖੁੱਲ ਗਈਆਂ ਔਰ ਰਿਪੋਰਟਾਂ 'ਚ ਸਾਹਮਣੇ ਕੁਝ ਨਹੀਂ ਆਇਆ। ਇਹਦਾ ਮਤਲਬ ਸਪਸ਼ਟ ਹੋ ਗਿਆ ਕਿ ਜਿਹੜਾ ਚਟੋਪਾਧਿਆ ਨੂੰ ਸਿਰਫ ਡੀਜੀਪੀ ਲਾਉਣ ਕਰਕੇ ਝੂਠਾ ਪਰਚਾ ਦਵਾਇਆ, ਹਾਈ ਕੋਰਟ ਤੋਂ ਝਾੜ ਪਈ, ਉਹ ਗੱਲ ਖਤਮ ਹੋ ਗਈ। ਸੋ ਅੱਜ ਜਿਹੜਾ ਸਵਾਲ ਉੱਠਦਾ ਨਾ, ਮੈਂ ਤਾਂ ਸਿੱਧੀ ਗੱਲ ਕਹਿਣਾ ਕਿ ਅਗਰ ਅੱਜ ਤੁਸੀਂ ਤੁਹਾਨੂੰ ਵਿਜੀਲੈਂਸ ਨੇ ਬੁਲਾ ਲਿਆ ਤਾਂ ਤੁਸੀਂ ਰੋਣ ਲੱਗੇ। ਉਹ ਤੁਸੀਂ ਆਪ ਆਪਣੇ ਪੋਲੀਟੀਕਲ ਓਪੋਨੈਂਟਾਂ ਦੇ ਝੂਠੇ ਪਰਚੇ ਦਿੰਦੇ ਰਹੇ ਹੋ। ਉਹ ਤੁਹਾਡੀ ਤਾਂ ਇਲੀਗਲ ਮਾਈਨਿੰਗ ਦੇ ਸਟਿੰਗ ਹੋ ਗਏ, ਤੁਹਾਡੇ ਤੇ ਤਾਂ ਮੀ ਟੂ ਦੇ ਐਲੀਗੇਸ਼ਨ ਚੰਨੀ ਸਾਹਿਬ ਤੇ। ਸੋ ਚੰਨੀ ਸਾਹਿਬ ਦਾ ਜਿਹੜਾ ਟਰੈਕ ਰਿਕਾਰਡ ਆ ਉਹ ਸਾਰਿਆਂ ਨੂੰ ਪਤਾ ਕਿੱਡਾ ਕਿ। ਨਹੀਂ ਫਿਰ ਤੁਹਾਨੂੰ ਲੱਗਦਾ ਕਿ ਕਾਰਵਾਈ ਠੀਕ ਹੋ ਰਹੀ ਹੈ? ਤੁਹਾਨੂੰ ਲੱਗਦਾ ਤੁਸੀਂ ਆਮ ਆਦਮੀ ਪਾਰਟੀ ਦੇ ਕਹਿ ਰਹੇ ਹੋ ਕਿ ਜੋ ਕਰ ਰਹੇ ਹੈ ਇਸ ਸਮੇਂ ਕਾਰਵਾਈ ਠੀਕ ਹੈ, ਵਿਜੀਲੈਂਸ ਦੀ ਕਾਰਵਾਈ? ਮੈਂ ਬਹੁਤ ਸਪਸ਼ਟ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਹਮੇਸ਼ਾ ਇੱਕ ਚੀਜ਼ ਤੇ ਸਪਸ਼ਟ ਰਿਹਾ ਜੀ, ਅਗਰ ਕਿਸੇ ਨੇ ਪੰਜਾਬ ਦੀ ਜਨਤਾ ਨੂੰ ਲੁੱਟਿਆ, ਘਪਲਾ ਕੀਤਾ, ਉਹਨਾਂ ਨੂੰ ਫੜੋ। ਫਿਰ ਕੋਈ ਟਾਈਮਿੰਗ ਵਾਲਾ ਰੌਲਾ, ਕੋਈ ਟਾਈਮਿੰਗ ਨਹੀਂ। ਫਿਰ ਇਲੈਕਸ਼ਨ ਹੋ ਰਹੀ ਹੈ, ਕੋਈ ਹੋ ਰਿਹਾ, ਕੋਈ ਦਿੱਕਤ ਨਹੀਂ। ਗੱਲ ਕੀ ਹੈ? ਗੱਲ ਇਹ ਹੈਗੀ ਹੈ ਕਿ ਸਿਲੈਕਟਿਵ ਵਿਜੀਲੈਂਸ ਦਾ ਯੂਜ਼ ਨਾ ਕਰੋ। ਫਿਰ ਵਿਜੇ ਸਿੰਗਲੇ ਨੂੰ ਵਿਜੀਲੈਂਸ ਨੇ ਕਿਉਂ ਨਹੀਂ ਫੜਿਆ? ਉਹਨੂੰ ਆਰਡੀਨਰੀ ਥਾਣੇ ਨੇ ਕਿਉਂ ਫੜਿਆ? ਉਹਦੀ ਬੇਲ ਕਿਉਂ ਕਰਾਤੀ? ਉਹਦੇ ਤੇ ਪੀਸੀ ਐਕਟ ਕਿਉਂ ਨਹੀਂ? ਸਰਾਰੀ ਸਾਹਿਬ ਤੇ ਪੀਸੀ ਐਕਟ ਕਿਉਂ ਨਹੀਂ? ਜਿਹੜੀਆਂ ਬੱਸਾਂ ਦੀਆਂ ਚਾਸੀਆਂ ਕਾਂਗਰਸ ਦੇ ਪ੍ਰਧਾਨ ਸਾਹਿਬ ਦੀ ਮਿੱਤਰਤਾ, ਜਿਹੜਾ ਉਹ ਕੇਸ ਮੁੱਖ ਮੰਤਰੀ ਸਾਹਿਬ ਬਹੁਤ ਰੌਲਾ ਪਾਉਂਦੇ ਸੀ, ਉਹਦੇ ਤੇ ਐਕਸ਼ਨ ਕਿਉਂ ਨਹੀਂ? ਸੋ ਜਿਹੜਾ ਸਿਲੈਕਟਿਵ ਐਕਸ਼ਨ ਹੈ ਨਾ ਵਿਜੀਲੈਂਸ ਦਾ, ਇਹਦੇ ਖਿਲਾਫ। ਔਰ ਦੂਸਰੀ ਗੱਲ, ਇੱਕ ਚੀਜ਼ ਜ਼ਰੂਰ ਕਹਿੰਦੇ ਆ ਗੌਰਵ ਜੀ, ਦੇਖੋ ਵਿਜੀਲੈਂਸ ਨੂੰ ਆਪਣਾ ਕੰਮ ਕਰਨ ਦਿਓ। ਕਿਸੇ ਨੇ ਲੁੱਟਿਆ ਉਹਨਾਂ ਨੂੰ ਫੜੋ, ਜੇਲ੍ਹਾਂ 'ਚ ਦਿਓ।